8.5 मीटर हेठा खड़ा कह लो कि धरती के पद्धर तो 8.5 मीटर हेठा वा 3.5 किलोमीटर लंबी ये टनल है, कह लो कि सुरंग है। आम तौर पर पहाड़ों के विच सुरंगां हुंदियां सी, दिल्ली दी जड़ां दे विच सुरंग है। तो तुसीं ला लो कि जे तुसीं पंजाब तो एयरपोर्ट वाल नूं जा रहे हो तो 2.5 तो 3 घंटे तक का जिहड़ा सफ़र है वो सफ़र तुहाडा हुण 20 तो 25 मिनट दे विच कवर हो जाएगा। तुसीं उत्ते देखो लाइटां वगैरह लग चुकियां ने और बहुत ज़बरदस्त मैं कहूँगा इनू आम तौर पर दुबई या फिर ਵੱਡੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ, ਇਸ ਤਰ੍ਹਾਂ ਦੇ ਹਾਈਵੇ ਦੀਆਂ ਗੱਲਾਂ ਸੁਣਦੇ ਸੀ ਜਿਹੜੇ ਸਮੁੰਦਰ ਦੇ ਹੇਠੋਂ ਵੀ ਲੰਘ ਜਾਂਦੇ ਨੇ। ਮੈਨੂੰ ਲੱਗਦਾ ਕਿ ਉਹੀ ਤਰਜ਼ ਹੈ। ਹਜ਼ਾਰਾਂ ਪੇੜ ਜਿਹੜੇ ਨੇ ਇਸ ਪ੍ਰੋਜੈਕਟ ਦਰਮਿਆਨ ਜਿਹੜੇ ਆਏ ਸੀ ਉਹਨਾਂ ਨੂੰ ਕੱਟਿਆ ਨਹੀਂ ਗਿਆ, ਉਹਨਾਂ ਨੂੰ ਟਰਾਂਸਪਲਾਂਟ ਕੀਤਾ ਗਿਆ। ਇਹ ਕਿੰਨੀ ਚੌੜਾਈ ਆ ਰੋਡ ਦੀ? चौड़ाई है जो अभी 17 मीटर के आसपास है। 17 मीटर। ਤੇ ਉਧਰਲੇ ਪਾਸੇ ਜਿਹੜੀ ਸੜਕ ਬਣਨੀ ਆ वो भी सेम एज इट इज उतनी ही चौड़ी 17 मीटर उधर है। ਜੇ ਮੇਰੇ ਪਿੱਛੇ ਦੇਖੋ ਤਾਂ ਇਹ ਇੱਕ ਪਾਸਾ ਰੋਡ ਦਾ ਜਿਹੜਾ ਟਨਲ ਦਾ ਇੱਕ ਪਾਸਾ ਔਰ ਇੱਧਰ ਕੰਮ ਚੱਲ ਰਿਹਾ, ਤਾਂ ਉਧਰਲੇ ਪਾਸੇ ਜੇ ਤੁਸੀਂ ਦੇਖੋ ਜਿੱਥੋਂ ਮਿੱਟੀ ਕੱਢੀ ਜਾ ਰਹੀ ਆ ਇਹ ਦੂਜੇ ਪਾਸੇ ਓਨੀ ਹੀ ਸੜਕ ਆ। ਜਿਵੇਂ ਜਿਵੇਂ ਟਨਲ ਦੇ ਵਿੱਚ ਵਧ ਰਹੇ ਆ ਕੁਝ ਨਾ ਕੁਝ ਲਗਾਤਾਰ ਦੇਖਣ ਨੂੰ ਮਿਲ ਰਿਹਾ। ਤੁਸੀਂ ਆਹ ਦੇਖੋ ਇਹ ਕੀ ਚੀਜ਼ ਆ? ये अभी वेंटिलेशन के लिए, वेंटिलेशन पर्पस के लिए ये वेंटिलेशन फैन है हमारे। इतनी बड़ी टनल है, उसके अंदर इजीली एयर तो शिफ्ट हो नहीं सकता और गाड़ियाँ जाएंगी तो उसका पॉल्यूशन भी आएगा, तो उसको सक करके बाहर निकालने के लिए ये लिया हुआ है। एक अनुमान के तौर पर लगाया जाए किन्ने कुछ लोग एक टाइम, किन्नी लेबर, किन्ने प्रोजेक्ट इंजीनियर काम करते होने? बहुत होने। वैसे भी इस टनल की बात करूँ, ये प्रोजेक्ट तो बहुत बड़ा है, और इस टनल की बात करूँ तो करीब एक टाइम में जब बहुत ज़्यादा हमारा पूरा वर्क उसमें पूरे में चल रहा था तो कम से कम 400 से 500 लेबर और 100-150 के करीब हमारा पूरा स्टाफ। एयरपोर्ट ਦੇ ਨਾਲ ਬਹੁਤ ਲੋਕਾਂ ਦੀ ਕਨੈਕਟੀਵਿਟੀ ਹੁੰਦੀ ਹੈ, ਪਰ ਉਹਨਾਂ ਨੂੰ ਕੋਈ ਹੋਰ ਅਲਟਰਨੇਟ ਨਹੀਂ ਹੁੰਦਾ, ਤਾਂ ਉਹਨਾਂ ਨੂੰ ਦਿੱਲੀ ਦੇ ਵਿੱਚੋਂ ਐਂਟਰ ਕਰਨਾ ਪੈਂਦਾ। बिल्कुल उनको उसी के अंदर करना पड़ता है और ट्रैफिक जाम में। तो जब ये पूरा टनल तैयार हो जाएगा, हार्डली हम लोग इसको कोशिश करें जल्दी से जल्दी ख़त्म करने के लिए। इधरले पासे जो लेफ्ट हैंड साइड इंदिरा गांधी इंटरनेशनल एयरपोर्ट है, और तुम देखो टर्मिनल 3 के उत्ते आ देखो पिछे एयरक्राफ्ट भी आ गया, ये उतरना और ये टनल ਜਿਹੜੀ ਟਰਮੀਨਲ 3 ਦੇ ਉੱਤੇ ਚਲੀ ਜਾਣੀ ਹੈ। ਤਾਂ ਤੁਸੀਂ ਦੇਖੋ ਇਹ ਟਰਮੀਨਲ 3 ਆ ਔਰ ਇਹ 에ਅਰਕ੍ਰਾਫਟ ਆ ਰਿਹਾ, ਉਤਰ ਰਿਹਾ, ਔਰ ਤੁਸੀਂ ਦੇਖੋ ਕਿ ਕਿੰਨਾ ਜਿਹੜਾ ਸਮੇਂ ਦੀ ਬਚਤ ਹੋ ਜਾਣੀ ਆ। ਤੁਹਾਨੂੰ ਲੱਗਦਾ ਕਿ 3.5 ਕਿਲੋਮੀਟਰ ਨੇ ਲੋਕਾਂ ਦੀ ਜੂਨ ਸੁਧਾਰ ਦੇਣੀ ਆ? ਬਿਲਕੁਲ ਗਗਨ ਭਾਜੀ, ਇਹਦੇ ਨਾਲ 3.5 ਕਿਲੋਮੀਟਰ ਲਈ ਟੈਕਸੀ ਲੈਣ ਦੇ ਲਈ ਇਹ ਬਹੁਤ ਵੱਡੀ ਹੈਲਪ ਹੋਊਗੀ। ਸਮੇਂ ਦੀ ਬੜੀ ਬਚਤ ਬਣੂਗੀ, ਪੈਸੇ ਦੀ ਬੜੀ ਬਚਤ ਬਚੂਗੀ। ਬਹੁਤੇ ਕਰਕੇ ਲੋਕਾਂ ਨੂੰ ਐ ਹੁੰਦਾ ਪੈਸੇ ਭਾਵਾਂ ਦੀ 1000 ਦੇ 1500 ਲੱਗ ਜਾਣ, ਸਾਡਾ ਨਾ ਦਿਨ ਬਚ ਜੇ, ਸਾਡੇ ਕੁਝ ਘੰਟੇ ਬਚ ਜਾਣ। ਕਿਉਂਕਿ ਜਦੋਂ ਬੰਦੇ ਨੇ ਵਾਪਸ ਜਾਣਾ ਹੁੰਦਾ ਨਾ, ਜਾਂ ਜਿਹੜੇ ਸਟੂਡੈਂਟ ਨੇ ਜਾਣਾ, ਉਹਦੇ ਲਈ ਤਾਂ ਘੰਟਾ 2 ਘੰਟੇ ਵੀ ਆਪਣੇ ਮੰਮੀ ਡੈਡੀ ਨਾਲ ਗੁਜ਼ਾਰੇ ਬਹੁਤ ਵੱਡੀ ਚੀਜ਼ ਹੁੰਦੀ। ਇਹਦੇ ਨਾਲ ਜਿਹੜੇ ਡਰਾਈਵਰਾਂ ਨੂੰ ਵਿੱਚ ਜਾਮ 'ਚ ਫਸ ਕੇ ਜਿਹੜੇ ਡਰਾਈਵਰ ਥੱਕ ਜਾਂਦੇ ਆ ਨਾ ਆਉਂਦੇ ਉਹਨਾਂ ਲਈ ਬਹੁਤ ਬੈਨੀਫਿਟ ਹੋਊਗਾ। ਮਰ ਤੋਂ ਤੁਸੀਂ ਨਿਕਲੋ ਉੱਥੋਂ ਸ਼ਨੀ ਮੰਦਰ ਤੋਂ ਕੱਟ ਮਾਰੋ ਇੱਧਰ ਬਸ। ਮੈਨੂੰ ਲੱਗਦਾ ਕਿ ਇਹ ਭਾਰਤ ਦਾ ਇੱਕ ਵੱਖਰੇ ਕਿਸਮ ਦਾ ਪ੍ਰੋਜੈਕਟ ਹੋਵੇਗਾ, ਜੋ ਇੱਕ ਰੈਵੋਲੂਸ਼ਨ ਹੋਵੇਗੀ, ਖਾਸ ਤੌਰ ਤੇ ਸੜਕੀ ਆਵਾਜਾਈ ਦੇ ਖੇਤਰ ਦੇ ਵਿੱਚ। ਇਸ ਨੂੰ ਮੈਂ ਕ੍ਰਾਂਤੀ ਕਹਾਂਗਾ। ਇਹ ਟਨਲ ਦਾ ਐਗਜ਼ਿਟ ਪੁਆਇੰਟ ਆ, ਜਾਂ ਕਹਿ ਲਓ ਐਂਟਰੀ ਪੁਆਇੰਟ ਆ। ਦੁਆਰਕਾ ਵਾਲੇ ਪਾਸਿਓਂ, ਗੁਰੂਗ੍ਰਾਮ ਵਾਲੇ ਪਾਸਿਓਂ ਇਹ ਐਗਜ਼ਿਟ ਤੇ ਐਂਟਰੀ ਪੁਆਇੰਟ ਆ, ਔਰ ਦੂਜੇ ਪਾਸੇ ਦਿੱਲੀ ਸੀ, ਟਰਮੀਨਲ 3 ਵਾਲਾ ਸੀ ਜਿੱਧਰੋਂ ਅਸੀਂ ਸ਼ੁਰੂਆਤ ਕੀਤੀ ਸੀ। ਸੜਕੀ ਯਾਤਾਯਾਤ ਵੀ ਆ, ਹਵਾਈ ਯਾਤਾਯਾਤ ਵੀ ਆ। ਤਾਂ ਤੁਸੀਂ ਦੇਖੋ ਉੱਧਰ ਟ੍ਰੇਨ ਵੀ ਲੰਘ ਰਹੀ ਹੈ, ਤਾਂ ਤੁਸੀਂ ਦੇਖੋ ਇਹ ਸਾਰਾ ਸੁਮੇਲ ਹੋ ਗਿਆ। ਦਿਨ ਪੋ ਰਾਤ ਜੰਗੀ ਪੱਧਰ ਤੇ ਇੱਥੇ ਕੰਮ ਚੱਲ ਰਿਹਾ। ਕਹਿੰਦੇ ਕਿ 2 ਤੋਂ 3 ਮਹੀਨੇ ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਮੁਕੰਮਲ ਕਰਕੇ ਦੇਣਾ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਸੜਕੀ ਯਾਤਾਯਾਤ ਦਾ ਇਹ ਸਿਖਰ ਹੈ ਜਿਹੜੀ ਪਿੱਛੇ ਮੇਰੇ ਤੁਸੀਂ ਟਨਲ ਦੇਖ ਰਹੇ ਹੋ, ਇਹਨੂੰ ਗੁਫਾ ਕਹਿ ਲਓ। ਇਹ 3 ਐਂਟਰੀ ਪੁਆਇੰਟ ਨੇ, ਔਰ ਯਕੀਨ ਮੰਨਿਓ ਇਹਦੇ ਮੁਕੰਮਲ ਬਣਨ ਦੇ ਨਾਲ ਜਦੋਂ ਇਹ ਮੁਕੰਮਲ ਹੋ ਗਈ, ਸਫ਼ਰ ਕਰਨ ਦਾ ਢੰਗ ਬਦਲ ਜਾਵੇਗਾ। ਜੇ ਮੈਂ ਆਪਣੇ ਸਾਥੀ ਨੂੰ ਕਹਾਂ, ਇੱਧਰਲੇ ਪਾਸੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਹੈ, ਟਰਮੀਨਲ 3 ਹੈ, ਔਰ ਜਿਹਦਾ ਬਹੁਤ ਚਰਚਾ ਦੇਸ਼ ਦੇ ਵਿੱਚ ਛਿੜਿਆ ਹੋਇਆ ਹੈ। ਇਹ ਜਿਹੜੀ ਜਦੋਂ ਟਨਲ ਮੁਕੰਮਲ ਹੋ ਜਾਣੀ ਹੈ, ਤਾਂ ਇਸ ਦੇ ਮੁਕੰਮਲ ਹੋਣ ਦੇ ਨਾਲ ਮਹਿਜ਼ ਤੁਸੀਂ ਜਿਹੜਾ 2 ਤੋਂ 2.5 ਘੰਟੇ ਦਾ ਸਫ਼ਰ ਹੈ ਉਹ ਤੁਸੀਂ ਸਿਰਫ 20 ਤੋਂ 25 ਮਿੰਟ ਦੇ ਵਿੱਚ ਕਰ ਲਓਗੇ। ਉਹ ਤੁਸੀਂ 20 ਤੋਂ 25 ਮਿੰਟ ਦੇ ਵਿੱਚ ਕਰ ਲਓਗੇ। ਅਜੇ 2-3 ਮਹੀਨੇ ਲੱਗਣੇ ਨੇ ਤਿਆਰ ਹੋਣ ਨੂੰ, ਪਰ ਜਿਵੇਂ ਜਿਵੇਂ ਇਹ ਤਿਆਰ ਹੋ ਰਹੀ ਹੈ, ਐਂਟਰੀ ਇਹਦੀ ਜਦੋਂ ਸ਼ੁਰੂ ਹੋ ਗਈ, ਤਾਂ ਤੁਸੀਂ ਯਕੀਨ ਮੰਨਿਓ ਦਿੱਲੀ ਵਾਲਾ ਜਿਹੜਾ ਸਾਰਾ ਟ੍ਰੈਫਿਕ ਹੈ ਉਹ ਤੁਹਾਨੂੰ ਨਹੀਂ ਮਿਲਿਆ ਕਰਨਾ। ਇਹ ਉਹ ਟਨਲ ਹੈ ਜਿਹੜੀ ਤਿਆਰ ਹੋ ਰਹੀ ਹੈ। 3 ਕਿਲੋਮੀਟਰ ਤੋਂ ਲੰਮਾ ਇਹਦਾ ਰਸਤਾ। ਔਰ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਮੁਕੰਮਲ ਹੋ ਜਾਂਦੀ ਹੈ, ਤਾਂ ਧੌਲਾ ਕੂਆਂ ਤੋਂ ਗੁਰੂਗ੍ਰਾਮ ਦਰਮਿਆਨ ਜਿਹੜਾ ਸਾਰਾ ਉਹ ਟ੍ਰੈਫਿਕ ਹੁੰਦਾ ਹੈ ਉਹ 50% ਤੱਕ ਘੱਟ ਜਾਣਾ। ਮੇਰੇ ਨਾਲ ਇੱਥੇ ਇਹ ਸਾਰਾ ਪ੍ਰੋਜੈਕਟ ਦੇਖਣ ਵਾਲੇ ਭੁਪਿੰਦਰ ਸਿੰਘ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰਦੇ ਆ। ਭੁਪਿੰਦਰ ਜੀ, ਇਹ ਜਿਹੜਾ ਪ੍ਰੋਜੈਕਟ ਹੈ ਇਹ ਬਹੁਤ ਮੈਨੂੰ ਲੱਗਦਾ ਕਿ ਇੱਕ
ਇਤਿਹਾਸਕ ਹੈ ਇਹ। हाँ ऑब्वियसली बहुत ऐतिहासिक है और ये मतलब एक टनल जो अकेली जो बन रही है, ये पूरे इंडिया की सबसे फर्स्ट टनल है जो इतनी लंबी टनल बन रही है, ये द्वारका एक्सप्रेसवे की। ਔਰ ਜਿਹੜੀ ਗੱਲ ਕਹੀ ਜਾਂਦੀ ਹੈ ਕਿ ਟਰਮੀਨਲ 3 ਦੇ ਉੱਤੇ ਇਹ ਨਿਕਲੇਗੀ ਉੱਥੇ ਜਾ ਕੇ। हाँ हाँ, ये हमारा रेलवे अंडरपास से उधर से स्टार्ट होगा ये, और सीधे जाके टर्मिनल 3 के गेट पे ये ओपनिंग होगा इसका। ये अंदर ही अंदर टनल में आप द्वारका से अगर एंटर करेंगे तो सीधे आप एयरपोर्ट टर्मिनल 3 पे जाके इसमें से निकलेंगे। ਔਰ ਇਹ ਚੀਜ਼ ਵੀ ਕਹੀ ਜਾ ਰਹੀ ਹੈ, ਮੈਂ ਕਹਾਂਗਾ ਇੱਕ ਵਾਰੀ ਅਮਨ ਉੱਪਰ ਵੀ ਦਿਖਾਇਆ ਜਾਵੇ। ਮਜ਼ਬੂਤੀ ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਲਗਾ ਸਕਦੇ ਹੋ, ਜਿਵੇਂ ਪਹਾੜਾਂ ਦੇ ਵਿੱਚ ਇਹ ਚੀਜ਼ਾਂ ਬਣਦੀਆਂ ਸੀ, ਪਰ ਇਹ ਬਿਲਕੁਲ ਅਸੀਂ ਦਿੱਲੀ ਦੀਆਂ ਜੜ੍ਹਾਂ ਦੇ ਵਿੱਚ ਇਹ ਚੀਜ਼ ਮੁਕੰਮਲ ਕਰਕੇ ਕਮਾਲ ਕਰ ਦਿੱਤਾ। ਔਰ ਭੁਪਿੰਦਰ ਜੀ ਇੱਕ ਚੀਜ਼ ਇਹ ਵੀ ਹੈ ਕਿ ਇਹ ਵੀ ਚੀਜ਼ ਕਹੀ ਜਾ ਰਹੀ ਹੈ ਕਿ ਬਿਲਕੁਲ ਰਨਵੇ ਦੇ ਹੇਠੋਂ ਵੀ ਨਿਕਲਦੀ ਹੈ ਟਨਲ। हाँ, ये अभी इधर आगे जाके रनवे के नीचे से भी निकल के जाती है। ये मतलब आधा किलोमीटर का पार्ट ये रनवे के नीचे से ही होके जाता है इसका ਮਤਲਬ टनल। 3 ਕਿਲੋਮੀਟਰ ਤੋਂ ਉੱਪਰ ਹੈ ਟਨਲ। ये 3.5 किलोमीटर की है, 3.6 किलोमीटर की टनल। ਹੁਣ ਤੁਹਾਨੂੰ ਦੂਜੇ ਪਾਸੇ ਲੈ ਕੇ ਚੱਲਦੇ ਆ, ਬਾਈ ਕਾਰ ਦੇ ਥਰੂ ਤੁਹਾਨੂੰ ਦੂਜੇ ਪਾਸੇ ਲੈ ਕੇ ਚੱਲਦੇ ਆ। 3 ਕਿਲੋਮੀਟਰ ਦਾ ਹੈਗਾ ਏਰੀਆ ਜਿਹੜਾ ਟਨਲ ਦੇ ਵਿੱਚ ਆਪਾਂ ਜਾ ਰਹੇ ਆ। ਇਹ ਦਿੱਲੀ ਵਾਲੇ ਪਾਸਿਓਂ ਜੇ ਕਿਸੇ ਨੇ ਟਰਮੀਨਲ 3 ਤੇ ਜਾਣਾ ਤਾਂ ਤੁਸੀਂ ਅੰਦਾਜ਼ਾ ਲਗਾਓ ਕਿ ਕਿੰਨਾ ਲੋਕਾਂ ਨੂੰ ਸਹੂਲਤ ਮਿਲ ਜਾਣੀ ਆ। ਔਰ ਇਹ ਅਸੀਂ ਗੱਡੀ ਦੇ ਵਿੱਚ ਅਸੀਂ ਟਰੈਵਲ ਕਰ ਰਹੇ ਆ, ਔਰ ਇਹ ਤੁਸੀਂ ਆ ਜਿਹੜਾ ਦੇਖ ਰਹੇ ਹੋ, ਔਰ ਨਾਲ ਦੀ ਨਾਲ ਜਿਹੜਾ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਦਾ ਕੰਮ ਚੱਲ ਰਿਹਾ। ਔਰ ਇੱਧਰ ਜੇ ਪਾਸੇ ਤੁਸੀਂ ਦੇਖੋ ਕਿ ਕਿਵੇਂ ਇਹ ਜਿਹੜਾ ਧਰਤੀ ਦੀ ਹਿੱਕ ਦੇ ਵਿੱਚੋਂ ਚੀਜ਼ਾਂ ਕੱਢਦੀਆਂ। ਔਰ ਇਹ ਜਿਹੜਾ ਭੁਪਿੰਦਰ ਜੀ ਪ੍ਰੋਜੈਕਟ ਬਹੁਤ ਜ਼ਬਰਦਸਤ ढंग ਦੇ ਨਾਲ ਚੱਲ ਰਿਹਾ ਹੈ। जी हाँ बिल्कुल, अभी फुल फ्लेज में चल रहा है। इसको जल्दी से जल्दी इसको कंप्लीट करना है, और अभी फुल फ्लेज में चल रहा है इसका काम कि जल्दी से जल्दी ख़त्म कर सके हम इसको। ਬਹੁਤ ਵੱਡੇ ਲੈਵਲ ਦੇ ਉੱਤੇ ਇਹ ਸਾਰਾ ਜਿਹੜਾ ਪ੍ਰੋਜੈਕਟ ਆ ਤੁਸੀਂ ਦੇਖ ਰਹੇ ਹੋ, ਜਿਸ ਲੈਵਲ ਦੇ ਉੱਤੇ ਇਹਦੀ ਮਜ਼ਬੂਤੀ ਆ, ਇਹ ਬਹੁਤ ਹਾਈ ਲੈਵਲ ਦੀ ਸਟਰੈਂਥ ਬਣਾਈ ਗਈ ਹੈ ਅਗਲੇ 100 ਸਾਲਾਂ ਦਾ ਸੋਚ ਕੇ। बिल्कुल बिल्कुल इसी के हिसाब से हमको प्लान करके बनाया हुआ है कि जो हमारे आगे फ्यूचर पे 1-2 जनरेशन तक, 3 जनरेशन तक आगे चलता रहे कंटिन्यू। ठीक है। तो इसका पूरा इंतज़ाम और उसी के ट्रैफिक के जिसके ऊपर कितना लोड आएगा उसी के बेस पे इसको पूरा डिज़ाइन किया गया हुआ है। ਔਰ ਤੁਸੀਂ ਇਹ ਚੀਜ਼ਾਂ ਦੇਖ ਸਕਦੇ ਹੋ ਕਿ ਕਿੰਨੀ ਇਹਦੀ ਮਜ਼ਬੂਤੀ ਕਿੰਨੀ ਹੋਵੇਗੀ। ਔਰ ਜੇ ਤੁਸੀਂ ਕੈਮਰੇ ਦੇ ਵਿੱਚ ਦੇਖ ਸਕਦੇ ਹੋ, ਕਿਉਂਕਿ ਇਹ ਬਹੁਤ ਮੁਸ਼ਕਲ ਹੈ ਇੱਥੋਂ ਇਹ ਪਰਮਿਸ਼ਨ ਲੈ ਕੇ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਨੇ, ਤਾਂ ਇਹ ਬਹੁਤ ਵੱਡਾ ਜ਼ਬਰਦਸਤ ਪ੍ਰੋਜੈਕਟ ਹੈ। ਔਰ ਜਦੋਂ ਤੁਸੀਂ ਇਸ ਚੀਜ਼ ਨੂੰ ਆਪ ਤੁਸੀਂ ਐਕਸਪੀਰੀਅੰਸ ਕਰਦੇ ਹੋ ਇੱਥੇ ਆ ਕੇ, ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜਾ ਸੜਕੀ ਆਵਾਜਾਈ, ਯਾਤਾਯਾਤ ਆਵਾਜਾਈ ਦੇ ਵਿੱਚ ਜਿਹੜਾ ਰੈਵੋਲੂਸ਼ਨ ਹੈ ਉਹ ਕਿਸ ਲੈਵਲ ਦੇ ਉੱਤੇ ਚੱਲ ਰਿਹਾ। ਇਹ ਤਸਵੀਰਾਂ ਨੇ, ਇਹ ਬਦਲਦੇ ਭਾਰਤ ਦੀਆਂ ਤਸਵੀਰਾਂ ਨੇ। ਇਹ ਤਰੱਕੀ ਦਾ ਮੈਨੂੰ ਲੱਗਦਾ ਕਿ ਨਵਾਂ ਸਿਖਰ ਹੈ, ਕਿਉਂਕਿ ਬਹੁਤ ਲੋਕਾਂ ਦਾ ਬਹੁਤ ਵੱਡਾ ਸਮਾਂ ਬਚਣਾ। ਜਦੋਂ ਇਹ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ ਤਾਂ ਲੋਕਾਂ ਦਾ ਵੱਡਾ ਜਿਹੜਾ ਸਮਾਂ ਬਚੇਗਾ। ਤਾਂ ਬਿਲਕੁਲ ਉਸੇ ਟਨਲ ਦੇ ਵਿੱਚ ਬਣਿਆ ਹੋਇਆ ਡੇਲੀ ਪੋਸਟ ਪੰਜਾਬੀ, ਤੁਸੀਂ ਜੇ ਮੇਰੇ ਪਿੱਛੇ ਦੇਖੋ ਤਾਂ ਇਹ ਇੱਕ ਪਾਸਾ ਰੋਡ ਦਾ ਜਿਹੜਾ ਟਨਲ ਦਾ ਇੱਕ ਪਾਸਾ, ਔਰ ਇੱਧਰ ਕੰਮ ਚੱਲ ਰਿਹਾ। ਤਾਂ ਉਧਰਲੇ ਪਾਸੇ ਜੇ ਤੁਸੀਂ ਦੇਖੋ ਜਿੱਥੋਂ ਮਿੱਟੀ ਕੱਢੀ ਜਾ ਰਹੀ ਆ, ਇਹ ਦੂਜੇ ਪਾਸੇ ਓਨੀ ਹੀ ਸੜਕ ਆ। ਭੁਪਿੰਦਰ ਜੀ ਇੱਧਰ ਅਜੇ ਇਹ ਕੰਮ ਅਜੇ ਚੱਲਦਾ ਪਿਆ जोरा शोरों पे। जी जी बिल्कुल, पूरा शोर से चला हुआ है। अभी हमने इसका ऊपर का कंस्ट्रक्शन का पार्ट कर लिया है। अभी टनल का एक साइड का पार्ट जो हम खड़े हुए हैं, ये एक साइड का ही पार्ट है। ये LHS साइड है। ਅਸੀਂ ਜ਼ਮੀਨ ਤੋਂ ਕਿੰਨਾ ਫੁੱਟ ਥੱਲੇ ਆ? जो ग्राउंड लेवल है उससे अभी हम 8-8.5 मीटर के करीब नीचे। 8.5 ਮੀਟਰ ਦੇ ਕਰੀਬ ਅਸੀਂ ਧਰਤੀ ਤੋਂ ਨੀਵੇਂ ਆ। ਠੀਕ ਹੈ। ਔਰ ਜੇ ਇਧਰਲੇ ਪਾਸੇ ਦੇਖੀਏ, ਇਹ ਕਿੰਨੀ ਚੌੜਾਈ ਆ ਰੋਡ ਦੀ? चौड़ाई है जो अभी 17 मीटर के आसपास है। 17 ਮੀਟਰ। ਤੇ ਉਧਰਲੇ ਪਾਸੇ ਜਿਹੜੀ ਸੜਕ ਬਣਨੀ ਆ वो भी सेम एज इट इज उतनी ही चौड़ी 17 मीटर उधर है। ਔਰ ਬਿਲਕੁਲ ਤੁਸੀਂ ਜੇ ਉੱਪਰ ਦੇਖੋ, ਅਮਨ ਜੇ ਮੈਂ ਕਹਾਂਗਾ ਉੱਪਰ ਦਿਖਾਇਆ ਜਾਵੇ, ਅਮਨ ਉੱਪਰ ਜੇ ਉੱਤਰ ਦਿਖਾਇਆ ਜਾਵੇ, ਦੇਖੋ ਤੁਸੀਂ ਕਿੰਨੀ ਮਜ਼ਬੂਤੀ ਹੈ। ਉਧਰਲੇ ਪਾਸੇ ਵੀ ਇਹੋ ਜਿਹਾ ਹੀ ਸਿਸਟਮ ਬਣਨਾ। ਔਰ ਇਹਦੇ ਵਿੱਚ ਜਿਹੜਾ ਟਰਮੀਨਲ 3 ਜਾਣਾ, ਇਧਰੋਂ ਹੀ ਜਾਣਾ ਰਸਤਾ। टर्मिनल 3 इधर ही जाना है, उसके उस साइड से आगे करीब 300-400 मीटर आगे जाके एक अलग हमारा अंडरपास गया हुआ है, इसी में से ही निकल के उसमें जाता है जो टर्मिनल 3 में अंदर जाएगा। ਤਾਂ ਬਿਲਕੁਲ ਇਹੀ ਉਹ ਸੜਕ ਹੈ, ਜਾਂ ਕਹਿ ਲਓ ਕਿ ਇਹੀ ਉਹ ਟਨਲ ਹੈ, ਉਹ ਇਤਿਹਾਸਕ ਪੱਖ ਹੈ ਜਿਹਦੇ ਨਾਲ ਜਿਹੜਾ ਯਾਤਾਯਾਤ ਦੇ ਵਿੱਚ ਕ੍ਰਾਂਤੀ ਆਣੀ ਆ। ਔਰ ਜੇ ਤੁਸੀਂ ਪੰਜਾਬ ਤੋਂ, ਹਰਿਆਣੇ ਤੋਂ, ਜੰਮੂ ਕਸ਼ਮੀਰ ਤੋਂ ਜਾਂ ਫਿਰ ਹਿਮਾਚਲ ਤੋਂ ਤੁਸੀਂ ਇੱਥੇ ਪਹੁੰਚਦੇ ਹੋ ਤਾਂ ਤੁਹਾਨੂੰ ਬਹੁਤ ਵੱਡਾ, ਬਹੁਤ ਜ਼ਿਆਦਾ ਫਾਇਦਾ ਹੋਣਾ ਹੈ। ਔਰ ਜਿਹੜਾ ਤੁਹਾਡਾ 2 ਤੋਂ 2.5 ਘੰਟੇ ਦਾ ਸਫ਼ਰ ਹੈ ਦਿੱਲੀ ਦੇ ਟ੍ਰੈਫਿਕ ਦੇ ਵਿੱਚ ਜਿਹੜਾ ਫਸਿਆ ਰਹਿੰਦਾ, ਤਾਂ ਉਹ ਤੁਸੀਂ ਲਾ ਲਓ 20 ਤੋਂ 25 ਮਿੰਟ ਦੇ ਵਿੱਚ ਕਵਰ ਹੋ ਜਾਣਾ। हार्डली इतने मिनट लगेगा हमको यहाँ अपना ये अपना धोला कुआं से लेके गुड़गांव जाने में हमको जो टाइम जो इतना ज़्यादा कंजस्टेड हो गया था, क्योंकि आपने देखा ही होगा ट्रैफिक कितना लगने लग गया था। वो सारा ट्रैफिक इस पे से अगर जाएगा तो बहुत जल्दी पहुंच जाएगा। जो बिल्कुल ਇਹ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡਾ ਪੱਖ ਹੈ, ਤੁਹਾਨੂੰ ਲਗਾਤਾਰ ਦਿਖਾਵਾਂਗੇ। ਤੁਸੀਂ ਦੇਖੋ ਇਹ
ਕਿਲੋਮੀਟਰ ਤੋਂ ਵੱਧ ਇਹ ਜਿਹੜੀ ਸਾਰੀ ਸੁਰੰਗ ਹੈ ਇਹ ਸਾਰਾ ਇਹ ਡੈਪਥ ਹੈ 8.5 ਮੀਟਰ ਧਰਤੀ ਦੇ ਲੈਵਲ ਤੋਂ। ਤਾਂ ਤੁਸੀਂ ਦੇਖੋ ਇਹ ਅਸੀਂ ਤੁਹਾਨੂੰ ਦੂਜੇ ਪਾਸੇ ਹੁਣ ਲੈ ਕੇ ਜਾਂਦੇ ਹਾਂ, ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਪੰਜਾਬੀਆਂ ਤੱਕ ਹਰ ਉਸ ਸ਼ਖਸ ਤੱਕ ਇਹ ਚੀਜ਼ ਪਹੁੰਚਣੀ ਬਹੁਤ ਜ਼ਰੂਰੀ ਹੈ ਜਿਹੜਾ ਆਪਣੇ ਮੁਲਕ ਨਾਲ ਪਿਆਰ ਕਰਦਾ ਔਰ ਜਿਹੜਾ ਇਹ ਚੀਜ਼ ਚਾਹੁੰਦਾ ਕਿ ਜਿਹੜਾ ਯਾਤਾਯਾਤ ਸੁਖਾਲਾ ਹੋਵੇ ਔਰ ਹਾਦਸਿਆਂ ਤੋਂ ਬਚਾਅ ਹੋਵੇ, ਟਾਈਮ ਦੀ ਆਰਥਿਕਤਾ ਦੀ ਜਿਹੜੀ ਤੁਹਾਡੀ ਬਚਤ ਹੋਵੇ। ਤਾਂ ਇਸ ਵੇਲੇ ਅਸੀਂ ਟਨਲ ਦੇ ਬਿਲਕੁਲ ਅੱਧ ਦੇ ਵਿੱਚ ਮੌਜੂਦ ਹਾਂ। ਤੁਸੀਂ ਕਹਿ ਲਓ ਕਿ ਉਧਰਲੇ ਪਾਸੇ ਔਰ ਇਧਰਲੇ ਪਾਸੇ ਬਰਾਬਰ ਦਾ ਰਸਤਾ, ਅਸੀਂ ਬਿਲਕੁਲ ਵਿਚਕਾਰ ਹਾਂ ਔਰ ਧਰਤੀ ਦੇ ਲੈਵਲ ਤੋਂ ਗਰਾਊਂਡ ਲੈਵਲ ਤੋਂ ਕਾਫੀ ਜਿਹੜਾ ਇਹ ਹੇਠਾਂ ਹੈ ਔਰ ਇਧਰਲੇ ਪਾਸੇ ਟਰਮੀਨਲ 3 ਹੈ ਔਰ ਇਧਰਲੇ ਪਾਸੇ ਜੇ ਤੁਸੀਂ ਦੇਖੋ ਇਹ ਤਕਰੀਬਨ ਮੁਕੰਮਲ ਹੈ ਪਰ ਅਜੇ ਅੱਧਾ ਪ੍ਰੋਜੈਕਟ ਅਜੇ ਪੂਰਾ ਬਣ ਰਿਹਾ ਔਰ ਬਹੁਤ ਜ਼ਿਆਦਾ ਇੱਥੇ ਥੋੜਾ ਕੰਡੀਸ਼ਨ ਇਦਾਂ ਦੀਆਂ ਹੋ ਸਕਦਾ ਤੁਸੀਂ ਕੈਮਰੇ ਦੇਖ ਸਕਦੇ ਹੋ ਕਿਉਂਕਿ ਮਿੱਟੀ ਬਹੁਤ ਹੈ ਔਰ ਇੱਥੇ ਲਗਾਤਾਰ ਜਿਹੜਾ ਇਹ ਚੱਲ ਰਿਹਾ। ਤੁਸੀਂ ਉੱਤੇ ਦੇਖੋ ਲਾਈਟਾਂ ਵਗੈਰਾ ਲੱਗ ਚੁੱਕੀਆਂ ਨੇ ਔਰ ਬਹੁਤ ਜ਼ਬਰਦਸਤ ਮੈਂ ਕਹੂੰਗਾ ਇਹਨੂੰ ਆਮ ਤੌਰ ਤੇ ਦੁਬਈ ਜਾਂ ਫਿਰ ਵੱਡੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ, ਇਸ ਤਰ੍ਹਾਂ ਦੇ ਹਾਈਵੇ ਦੀਆਂ ਗੱਲਾਂ ਸੁਣਦੇ ਸੀ ਜਿਹੜੇ ਸਮੁੰਦਰ ਦੇ ਹੇਠੋਂ ਵੀ ਲੰਘ ਜਾਂਦੇ ਨੇ। ਮੈਨੂੰ ਲੱਗਦਾ ਕਿ ਉਹੀ ਤਰਜ਼ ਹੈ। ਭੁਪਿੰਦਰ ਜੀ ਤੁਸੀਂ ਸਾਨੂੰ ਪੂਰਾ गाइड कर रहे हो, दस रहे हो, ये ਆਪਾਂ बिल्कुल सेंटर ਦੇ ਵਿੱਚ खड़े हैं इस वेले के बिल्कुल सेंटर में हैं हम लोग इस समय। और इधर की साइड जाएंगे तो वही टर्मिनल 3 और दिल्ली के साइड जाना है, इधर जाएंगे तो हमें वही द्वारका की साइड, गुड़गांव की साइड जाएंगे। और इधरले पासे गुड़गांव, इधरले पासे टर्मिनल 3 ਤੇ ਦਿੱਲੀ ਤੇ ਉਧਰ ਦਵਾਰਕਾ ਵਾਲੀ ਸਾਈਡ। ਔਰ ਇੱਕ ਚੀਜ਼ ਇਹ ਵੀ ਹੈ ਜਿਹੜਾ ਧੌਲਾ ਕੂਆਂ ਤੋਂ ਮੇਨ ਜਿਹੜਾ ਗੁੜਗਾਉਂ ਵਾਲਾ ਗੁਰੂਗ੍ਰਾਮ ਵਾਲਾ ਜਿਹੜਾ ਮੇਨ ਜਿਹੜਾ ਬਹੁਤ ਰਸ਼ ਹੁੰਦਾ ਔਰ ਗਡਕਰੀ ਜੀ ਵੀ ਇਹੀ ਕਹਿੰਦੇ ਸੀਗੇ ਕਿ 50% ਤੱਕ ਘਟ ਜਾਣਾ ਉਹ ਰਸ਼। जी बिल्कुल वही हो जाएगा क्योंकि सारा जो अभी ट्रैफिक अभी बहुत ज़्यादा हो गया है। रोड तो हमारा बना हुआ है पर अभी हमारा ट्रैफिक बहुत ज़्यादा बढ़ गया है। पॉपुलेशन एज पर इंक्रीजिंग ऑफ पॉपुलेशन हमारा ट्रैफिक ज़्यादा बढ़ गया तो उसके लिए ये, और अगर जिसको डायरेक्टली गुड़गांव जाना है धौला कुआं से या दिल्ली से तो वो इसके थ्रू जाएगा तो वो बहुत कन्वीनियंटली। ਇੱਕ ਚੀਜ਼ ਇਹ ਵੀ ਹੈ ਪੰਜਾਬ ਵਾਲਿਆਂ ਨੂੰ ਵੀ ਬਹੁਤ ਫਾਇਦਾ ਹੋਣਾ, ਫਾਇਦਾ ਤਾਂ ਚਲੋ ਸਭ ਨੂੰ ਹੀ ਹੋਣਾ ਮੈਨੂੰ ਲੱਗਦਾ ਕਿ इंडिया पूरे भारत के लिए फ़ायदा ही होना है। ਕਿਉਂਕਿ ਜਿਹੜੇ ਖਾਸ ਤੌਰ ਤੇ ਕਿਉਂਕਿ 에ਅਰਪੋਰਟ ਦੇ ਨਾਲ ਬਹੁਤ ਲੋਕਾਂ ਦੀ ਕਨੈਕਟੀਵਿਟੀ ਹੁੰਦੀ ਹੈ ਪਰ ਉਹਨਾਂ ਨੂੰ ਕੋਈ ਹੋਰ ਅਲਟਰਨੇਟ ਨਹੀਂ ਹੁੰਦਾ ਤਾਂ ਉਹਨਾਂ ਨੂੰ ਦਿੱਲੀ ਦੇ ਵਿੱਚੋਂ ਐਂਟਰ ਕਰਨਾ ਪੈਂਦਾ। बिल्कुल उनको उसी के अंदर करना पड़ता है और ट्रैफिक जाम में। तो जब ये पूरा टनल तैयार हो जाएगा, हार्डली हम लोग इसको कोशिश करें जल्दी से जल्दी ख़त्म करने के लिए। जैसा अपना गडकरी जी ने बताया कि इस साल के एंड तक हमको इसको ख़त्म चालू करना है तो हम पूरी कोशिश में है कि इसको जल्दी से जल्दी ख़त्म करें। और जे एक अनुमान ਦੇ ਤੌਰ ਤੇ ਲਗਾਇਆ ਜਾਵੇ ਕਿੰਨੇ ਕੁ ਲੋਕ ਇੱਕ ਟਾਈਮ, ਕਿੰਨੀ ਲੇਬਰ, ਕਿੰਨੇ ਪ੍ਰੋਜੈਕਟ ਇੰਜੀਨੀਅਰ ਕੰਮ ਕਰਦੇ ਹੋਣੇ ਆ? ਬਹੁਤ ਹੋਣੇ। इस टनल के अंदर ही मैं सिर्फ इस टनल की बात करूं, मुझे प्रोजेक्ट तो बहुत बड़ा है पर इस टनल की बात करूं तो करीब एक टाइम में जब बहुत ज़्यादा हमारा पूरा वर्क उसमें पूरे में चल रहा था तो कम से कम 400 से 500 लेबर और 100-150 के करीब हमारा पूरा स्टाफ इंजीनियर। ਕਿੰਨਾ ਸਮਾਂ ਹੋ ਗਿਆ ਇਸ ਪ੍ਰੋਜੈਕਟ ਨੂੰ ਪੂਰਾ ਚੱਲਦੇ? वो अभी 2 साल हुए हैं। 2 ਸਾਲ ਬਹੁਤ ਤੇਜ਼ੀ ਦੇ ਨਾਲ ਕੰਮ ਹੋਇਆ। बिल्कुल एज पर हमारे इंडिया का प्रेस्टीजियस प्रोजेक्ट है और ये जल्दी से जल्दी ख़त्म करना है हमको। जो हमको टारगेट मिला था उसके अंदर में हमको ख़त्म करना था इसलिए। ਇਹ ਅਸੀਂ ਅੱਧ ਦੇ ਵਿੱਚ ਮੌਜੂਦ ਆ। ਤੁਹਾਨੂੰ ਦੂਜਾ ਪਾਰਟ ਵੀ ਦਿਖਾਵਾਂਗੇ ਜਿੱਥੋਂ ਇਹ ਐਗਜ਼ਿਟ ਪੁਆਇੰਟ ਆ ਜਾਂ ਕਹਿ ਲਓ ਐਗਜ਼ਿਟ ਪੁਆਇੰਟ ਵੀ ਐਂਟਰੀ ਪੁਆਇੰਟ ਵੀ ਆ, ਇਕੱਠੇ ਹੀ ਨੇ ਦੋਨੋਂ। जी बिल्कुल। अगर हम दिल्ली साइड से आए हैं तो हम जहाँ अभी उधर खड़े थे वो एंट्री पॉइंट है और द्वारका साइड से आए तो वो एंट्री पॉइंट है। और अगर जिसको द्वारका से आने के लिए वो एग्जिट पॉइंट हो जाएगा, दिल्ली से आने के लिए उधर वाला एग्जिट पॉइंट हो जाएगा। ਥੋੜਾ ਜਿਹਾ ਜੇ ਉੱਪਰੋਂ ਸਮਝੀਏ ਜਿਵੇਂ ਇੱਥੇ ਲਾਏ ਹੋਏ ਪਿੱਛੇ ਟੀਨ ਦੀਆਂ ਛੱਤਾਂ ਪਈਆਂ ਹੋਈਆਂ ਸੀ। ये वो आई गटर सेक्शन है और ये टी गटर सेक्शन है। ये मतलब सेक्शन अलग अलग स्ट्रक्चर का अलग अलग पार्ट है ये। ठीक है। वो टनल अलग से क्योंकि वो उधर का विड्थ और जो एक टर्मिनल 3 के लिए जो हमारी जा रही थी उसमें से अंडरपास वो निकल रहा था तो इसलिए उसका विड्थ ज़्यादा था तो उसका लेंथ ज़्यादा था, उसके लिए उसके हिसाब से डिज़ाइन किया हुआ था। और यहाँ हमारा सिर्फ ट्रैफिक इधर से आना जाना है तो उसके लिए इसका अलग से डिज़ाइन किया हुआ है। तो इसलिए वो जो आपको उधर दिख रहा था उसमें जो डेक शीट वगैरह लगाई हुई थी और इसमें पूरा कंक्रीट पूरा दिख रहा है जो टी गटर है। ਬਿਲਕੁਲ ਦਿਨ ਪੋ ਰਾਤ ਜੰਗੀ ਪੱਧਰ ਤੇ ਇੱਥੇ ਕੰਮ ਚੱਲ ਰਿਹਾ। ਕਹਿੰਦੇ ਕਿ 2 ਤੋਂ 3 ਮਹੀਨੇ ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਮੁਕੰਮਲ ਕਰਕੇ ਦੇਣਾ। ਤੁਹਾਨੂੰ ਦੂਜਾ ਪਾਸਾ ਵੀ ਦਿਖਾਉਂਦੇ ਆ। ਤਾਂ ਬਿਲਕੁਲ ਇੱਕ ਚੀਜ਼ ਤੁਹਾਨੂੰ ਹੋਰ ਦਿਖਾਈ ਹੈ, ਜਿਵੇਂ ਜਿਵੇਂ ਟਨਲ ਦੇ ਵਿੱਚ ਵੱਧ ਰਹੇ ਆ ਕੁਝ ਨਾ ਕੁਝ ਲਗਾਤਾਰ ਦੇਖਣ ਨੂੰ ਮਿਲ ਰਿਹਾ। ਤੁਸੀਂ ਆਹ ਦੇਖੋ ਇਹ ਕੀ ਚੀਜ਼ ਆ, ਤੁਹਾਨੂੰ ਦੱਸਦੇ ਵੀ ਆ ਕਿ ਇਹ ਚੀਜ਼ ਕੀ ਆ।
ਭੁਪਿੰਦਰ ਜੀ ਥੋੜਾ ਜਿਹਾ ਦੱਸੋ ਇਹਦੇ ਬਾਰੇ, ਇਹ ਕੀ ਚੀਜ਼ਾਂ ਲੱਗੀਆਂ ਹੋਈਆਂ ਨੇ ਹੁਣ ਅੰਦਰ? ये अभी वेंटिलेशन के लिए, वेंटिलेशन पर्पस के लिए ये वेंटिलेशन फैन है हमारे। थोड़ा जा क्योंकि घुटन है इतने पॉल्यूशन को हम, इतनी बड़ी टनल है उसके अंदर इजीली एयर तो शिफ्ट हो नहीं सकता, और गाड़ियाँ जाएंगी तो उसका पॉल्यूशन भी आएगा, तो उसको सक करके बाहर निकालने के लिए ये लिया हुआ है। एयर वेंटिलेशन बोल सकते हैं आप उसको। ਤਾਂ ਬਿਲਕੁਲ ਇਹ 에ਅਰ ਵੈਂਟੀਲੇਸ਼ਨ ਦੇ ਲਈ ਆ, ਕਿਉਂਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ 8.5 ਮੀਟਰ ਤੁਸੀਂ ਕਹਿੰਦੇ ਸੀ, ਮੈਨੂੰ ਲੱਗਦਾ ਹੁਣ ਹੋਰ ਹੋ ਗਿਆ ਹੋਊਗਾ। नहीं नहीं नहीं, सेम सेम ਸੇਮ ਹੈ 8.5 ਮੀਟਰ ਗਰਾਊਂਡ ਲੈਵਲ ਦੇ ਉੱਤੋਂ। ਤਾਂ ਇਹ ਦੇਖੋ ਤੁਸੀਂ, ਇਹ ਮੈਨੂੰ ਲੱਗਦਾ ਕਿ ਭਾਰਤ ਦੀ ਸਭ ਤੋਂ ਲੰਬੀ ਇਹ ਟਨਲ ਹੋਊਗੀ ਮੈਨੂੰ ਲੱਗਦਾ, ਜਿਹੜੀ ਇੱਕ ਸਟ੍ਰੈਚ ਦੇ ਵਿੱਚ ਜਾ ਰਹੀ ਹੈ, ਕਿਉਂਕਿ 3 ਕਿਲੋਮੀਟਰ ਤੋਂ ਉੱਪਰ ਦੱਸੀ ਜਾ ਰਹੀ ਹੈ। ਵੈਂਟੀਲੇਸ਼ਨ ਪਰਪਸ ਦੇ ਲਈ ਨੇ ਇਹ, ਜੇ ਤੁਸੀਂ ਦੇਖੋ ਇਹ ਉੱਚੇ ਨੀਵੇਂ ਜਿਹੜੇ ਤੁਹਾਨੂੰ ਇਹ ਦਿਖ ਰਹੇ ਨੇ, ਇਹ ਵੈਂਟੀਲੇਸ਼ਨ ਪਰਪਸ ਦੇ ਲਈ ਦੇ ਨੇ, ਕਿਉਂਕਿ ਇੱਥੇ ਕੋਈ ਜਿਹੜਾ ਹਵਾ ਦਾ ਕੋਈ ਵੈਂਟ ਹੈ ਨਹੀਂ, ਤਾਂ ਉਸ ਲਈ ਰੱਖੇ ਗਏ ਨੇ, ਕਿਉਂਕਿ ਇੱਥੇ ਥੋੜੀ ਘੁਟਨ ਵੀ ਹੈ। हाँ, 3.5 किलोमीटर में अगर कुछ भी अगर बाहर निकलने के लिए नहीं होगा तो दिक्कत हो जाएगी ना फिर एयर के लिए। तो उसके लिए जो वेंटिलेशन के लिए अभी तो सिर्फ ऐसे रखे हुए हैं, अभी हमारे लगने इधर ऊपर है गटर ਉੱਪਰੋਂ ਦੀ ਇਹ ਜਿਹੜਾ ਆਊਟ ਹੋਊਗੀ ਬਿਲਕੁਲ। ਔਰ ਅਮਨ ਜੇ ਤੂੰ ਥੋੜਾ ਜ਼ੂਮ ਕਰਕੇ ਦਿਖਾਵੇਂ, ਬਿਲਕੁਲ ਐਂਡ ਤੱਕ ਇਹ ਲੱਗੇ ਹੋਏ ਨੇ। ਤਾਂ ਬਿਲਕੁਲ ਇਹ ਟਨਲ ਦੇ ਦੂਜੇ ਸਿਰੇ ਤੇ ਅਸੀਂ ਨਿਕਲ ਆਏ ਹਾਂ, ਔਰ ਮੇਰੇ ਪਿੱਛੇ ਇਧਰਲੇ ਪਾਸੇ ਜੇ ਤੁਸੀਂ ਲੈਫਟ ਹੈਂਡ ਸਾਈਡ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਹੈ, ਔਰ ਤੁਸੀਂ ਦੇਖੋ ਟਰਮੀਨਲ 3 ਦੇ ਉੱਤੇ ਆ ਦੇਖੋ ਪਿੱਛੇ 에ਅਰਕ੍ਰਾਫਟ ਵੀ ਆ ਗਿਆ, ਇਹ ਉਤਰਨਾ। ਔਰ ਇਹ ਟਨਲ ਜਿਹੜੀ ਟਰਮੀਨਲ 3 ਦੇ ਉੱਤੇ ਚਲੀ ਜਾਣੀ ਹੈ, ਜਿਵੇਂ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ, ਤਾਂ ਤੁਸੀਂ ਦੇਖੋ ਇਹ ਟਰਮੀਨਲ 3 ਆ, ਔਰ ਇਹ 에ਅਰਕ੍ਰਾਫਟ ਆ ਰਿਹਾ ਉਤਰ ਰਿਹਾ, ਔਰ ਤੁਸੀਂ ਦੇਖੋ ਕਿ ਕਿੰਨਾ ਜਿਹੜਾ ਸਮੇਂ ਦੀ ਬਚਤ ਹੋ ਜਾਣੀ ਆ। ਔਰ ਇਹ 에ਅਰਕ੍ਰਾਫਟ ਉਤਰਦਾ ਟਰਮੀਨਲ 3 ਤੇ। ਔਰ ਅਮਨ ਨੂੰ ਮੈਂ ਕਹਾਂਗਾ ਕੈਮਰਾ ਜਿਹੜਾ ਟਵਿਸਟ ਕਰਕੇ ਦਿਖਾਇਆ ਜਾਵੇ, ਇਹ ਟਨਲ ਦਾ ਐਗਜ਼ਿਟ ਪੁਆਇੰਟ ਆ, ਜਾਂ ਕਹਿ ਲਓ ਐਂਟਰੀ ਪੁਆਇੰਟ ਆ। ਦੁਆਰਕਾ ਵਾਲੇ ਪਾਸਿਓਂ, ਗੁਰੂਗ੍ਰਾਮ ਵਾਲੇ ਪਾਸਿਓਂ ਇਹ ਐਗਜ਼ਿਟ ਤੇ ਐਂਟਰੀ ਪੁਆਇੰਟ ਹੈ, ਔਰ ਦੂਜੇ ਪਾਸੇ ਦਿੱਲੀ ਸੀ, ਟਰਮੀਨਲ 3 ਵਾਲਾ ਸੀ ਜਿੱਧਰੋਂ ਅਸੀਂ ਸ਼ੁਰੂਆਤ ਕੀਤੀ ਸੀ। ਮੇਰੇ ਨਾਲ ਲਗਾਤਾਰ ਬਣੇ ਹੋਏ ਨੇ ਭੁਪਿੰਦਰ ਜੀ। ਭੁਪਿੰਦਰ ਜੀ, ਇਹ ਮੈਂ ਕਹਿੰਦਾ ਵਾਕਈ ਇਹ ਇੱਕ ਇਤਿਹਾਸਕ ਪਲ ਹੋਣ ਵਾਲਾ ਜਦੋਂ ਇਹ ਓਪਨ ਹੋਊਗਾ, ਜਿਵੇਂ ਤੁਸੀਂ ਕਹਿ ਰਹੇ ਹੋ। ਔਰ ਅਸੀਂ ਦੇਖ ਰਹੇ ਹਾਂ ਕਿ ਇਧਰਲੇ ਪਾਸੇ ਜੇ ਮੈਂ ਕਹਾਂ ਅਮਨ ਨੂੰ, ਅਮਨ ਇੱਧਰ ਸੜਕੀ ਯਾਤਾਯਾਤ ਵੀ ਆ, ਹਵਾਈ ਯਾਤਾਯਾਤ ਵੀ ਆ, ਤਾਂ ਤੁਸੀਂ ਦੇਖੋ ਉੱਧਰ ਟ੍ਰੇਨ ਵੀ ਲੰਘ ਰਹੀ ਹੈ, ਤਾਂ ਤੁਸੀਂ ਦੇਖੋ ਇਹ ਸਾਰਾ ਸਮੇਲ ਹੋ ਗਿਆ। दिल्ली जयपुर रेलवे लाइन है ये। ਬਿਲਕੁਲ ਦਿੱਲੀ ਜੈਪੁਰ ਰੇਲਵੇ ਲਾਈਨ ਹੈ ਇਹ, ਔਰ ਤੁਸੀਂ ਦੇਖੋ ਕਿ ਕਿੰਨਾ ਮਾਰਵਲ ਹੈ ਇਹ ਤੁਸੀਂ ਐਕਸਪੀਰੀਅੰਸ ਜਦੋਂ ਆਪ ਕਰੋਗੇ ਤਾਂ ਤੁਸੀਂ ਅੰਦਾਜ਼ਾ ਲਗਾਓਗੇ, ਕਿਉਂਕਿ ਔਖਾ ਬਹੁਤ ਹੈ ਕੰਡੀਸ਼ਨ ਦੇ ਵਿੱਚ, ਜਿਸ ਹਿਸਾਬ ਦੇ ਨਾਲ ਇਹਨਾਂ ਨੇ ਦੱਸਿਆ ਕੰਮ ਕੀਤਾ। ਭੁਪਿੰਦਰ ਜੀ, ਇਹ इधरों द्वारका ते गुरुग्राम वाले पासियों लोगों ने जेड़ा आ जाना वा। जी हाँ, ये वाला पार्ट जो है एंड हमारा द्वारका या गुरुग्राम से जो लोग आ रहे हैं उनके लिए टनल में एंट्री पॉइंट है। जो दूसरी साइड जो हम थे वो दिल्ली और आने के लिए वो एक एंट्री पॉइंट था जी। और ये बहुत इतिहासक पल होना। मैनूं लगदा कि जदों ਦਿੱਲੀ 에ਅਰਪੋਰਟ ਆਉਣ ਦੀ ਗੱਲ ਹੋਵੇ ਤਾਂ ਕਿਸੇ ਡਰਾਈਵਰ ਭਰਾ ਦੇ ਨਾਲ ਗੱਲ ਨਾ ਕੀਤੀ ਜਾਵੇ ਤਾਂ ਚੀਜ਼ਾਂ ਅਧੂਰੀਆਂ ਰਹਿ ਜਾਣੀਆਂ ਨੇ। ਬੌਬੀ ਆ ਮੇਰੇ ਨਾਲ ਬਾਈ, ਇਹ ਵੀਰ ਜੀ ਟੈਕਸੀ ਸਰਵਿਸ ਤੋਂ ਬੌਬੀ ਹੈ, ਔਰ ਮੈਂ ਇਹਨਾਂ ਦੇ ਨਾਲ ਵੀ ਜਿਹੜੀ ਗੱਲ ਕਰੂੰਗਾ। ਬੌਬੀ, ਤੁਸੀਂ ਇੱਥੇ ਸਾਨੂੰ ਮਿਲੇ, ਔਰ ਇਹ ਜਿਹੜਾ ਜਦੋਂ ਇਹ ਬਣ ਕੇ ਤਿਆਰ ਹੋ ਜਾਣਾ, ਤੁਸੀਂ ਤਾਂ ਇੰਨਾ ਉਸ ਲੈਵਲ ਤੇ ਅੰਦਰ ਨਹੀਂ ਦੇਖਿਆ ਜਿੰਨਾ ਅਸੀਂ ਦੇਖ ਆਏ ਆ, ਕਿਉਂਕਿ ਇੱਥੇ ਪਰਮਿਸ਼ਨ ਵਗੈਰਾ ਦੀ ਆ। ਇਹ ਤੁਹਾਨੂੰ ਲੱਗਦਾ ਕਿ 3.5 ਕਿਲੋਮੀਟਰ ਨੇ ਲੋਕਾਂ ਦੀ ਜੂਨ ਸੁਧਾਰ ਦੇਣੀ ਆ? ਬਿਲਕੁਲ ਗਗਨ ਭਾਜੀ, ਇਹਦੇ ਨਾਲ 3.5 ਕਿਲੋਮੀਟਰ ਲਈ ਟੈਕਸੀ ਲੈਣ ਦੇ ਲਈ ਇਹ ਬਹੁਤ ਵੱਡੀ ਹੈਲਪ ਹੋਊਗੀ, ਜਿਹਦੇ ਵਿੱਚ ਸਮਾਂ, ਫਿਊਲ, ਕਸਟਮਰ ਦੀ ਜਿਹੜੀ ਹਰਾਸਮੈਂਟ ਆ। ਮੰਨ ਲਓ ਇੱਕ ਕੈਨੇਡਾ ਤੋਂ ਕੋਈ NRI ਫੈਮਿਲੀ ਆ ਰਹੀ ਆ, ਪਿੱਛੋਂ ਹੋਈ ਉਹ 12-13 ਘੰਟੇ ਦੀ ਫਲਾਈਟ ਲੈ ਕੇ ਆ ਰਹੇ ਨੇ, ਫਿਰ ਉਹ ਕੀ ਕਰਦੇ ਸੀ, ਇੱਥੋਂ ਕਨੈਕਟਡ ਫਲਾਈਟਾਂ ਲੈਂਦੇ ਸੀ ਉਹਦੇ ਲਈ, ਅੰਮ੍ਰਿਤਸਰ ਲਈ, ਚੰਡੀਗੜ੍ਹ ਲਈ। ਫਿਰ ਉਹਨਾਂ ਨੂੰ ਉਹਦੀ ਕਨੈਕਟਡ ਫਲਾਈਟਾਂ ਦਾ ਜਿਹੜਾ ਸੀ, ਕਿਉਂਕਿ ਉਹ ਥਕਾਵਟ 'ਚ ਹੁੰਦੇ ਸੀ ਵੀ ਟਾਈਮ ਨਾਲ ਘਰੇ ਪਹੁੰਚੀਏ, ਉਹਦੇ ਨਾਲ ਸਮੇਂ ਦੀ ਬੜੀ ਬਚਤ ਬਣੂਗੀ, ਪੈਸੇ ਦੀ ਬੜੀ ਬਚਤ ਬਚੂਗੀ। ਪੈਸੇ ਦਾ ਕਾਰਨ ਇਹ ਹੈ ਵੀ ਡੋਮੈਸਟਿਕ ਫਲਾਈਟਾਂ ਦੇ ਵਿੱਚ ਜਿੱਥੋਂ ਤੱਕ ਮੈਨੂੰ ਕੋਈ ਨੌਲੇਜ ਆ ਵੀ ਲੌਜਿਸਟਿਕ ਚਾਰजेस ਦੇ ਹੀ ਬਹੁਤ ਪੈਸੇ ਲੱਗ ਜਾਂਦੇ ਆ ਡੋਮੈਸਟਿਕ ਫਲਾਈਟ ਦੇ। ਇੱਥੋਂ ਜੇ ਨਿਕਲੋਗੇ, ਇੱਥੋਂ ਪਿੱਛੇ ਤੁਸੀਂ 에ਅਰਪੋਰਟ ਦਿਖਾਈ ਦਿੱਤਾ। ਮੈਨੂੰ ਲੱਗਦਾ ਬਹੁਤ ਵੀ ਚਲੋ ਸਮੇਂ ਦੀ ਬਚਤ ਸਭ ਤੋਂ ਵੱਡੀ ਹੁੰਦੀ ਆ, ਪੈਸੇ ਦੇ ਤਾਂ ਚਲੋ ਚੱਲੀ ਜਾਂਦਾ, ਕਿਉਂਕਿ ਸਮਾਂ ਅੱਜ ਕੱਲ੍ਹ ਲੋਕਾਂ ਕੋਲ ਬਹੁਤ ਸੀਮਿਤ ਆ। ਬਹੁਤੇ ਕਰਕੇ ਲੋਕਾਂ ਨੂੰ ਐ ਹੁੰਦਾ ਪੈਸੇ ਭਾਵਾਂ ਦੀ 1000 ਦੇ 1500 ਲੱਗ ਜਾਣ, ਸਾਡਾ ਨਾ ਦਿਨ ਬਚ ਜੇ, ਸਾਡੇ ਕੁਝ ਘੰਟੇ ਬਚ ਜਾਣ। ਕਿਉਂਕਿ ਜਦੋਂ ਬੰਦੇ ਨੇ ਵਾਪਸ ਜਾਣਾ ਹੁੰਦਾ ਨਾ, ਜਾਂ ਜਿਹੜੇ ਸਟੂਡੈਂਟ ਨੇ ਜਾਣਾ, ਉਹਦੇ ਲਈ ਤਾਂ ਘੰਟਾ 2 ਘੰਟੇ ਵੀ ਆਪਣੇ ਮੰਮੀ ਡੈਡੀ ਨਾਲ ਗੁਜ਼ਾਰੇ ਬਹੁਤ ਵੱਡੀ ਚੀਜ਼ ਹੁੰਦੀ। ਬਿਲਕੁਲ ਉਹ ਸਾਰੀ ਚੀਜ਼ ਨੂੰ ਇਹ ਟਨਲ ਜਾਂ ਨਿਤਿਨ ਗਡਕਰੀ ਸਾਹਿਬ ਨੇ ਜੋ ਇਹ ਸਾਡੇ ਲਈ ਤੋਹਫਾ ਦਿੱਤਾ ਆਪਣੇ ਪੰਜਾਬ, ਹਰਿਆਣਾ, ਹਿਮਾਚਲ ਲਈ, ਬਹੁਤ ਹੀ ਵਧੀਆ ਵਾ, ਬਹੁਤ ਜ਼ਿਆਦਾ ਵਧੀਆ ਵਾ। ਲੱਗਦਾ ਕਿ ਟਾਈਮ ਸੇਵ ਹੋਊਗਾ, ਬਹੁਤ ਜ਼ਿਆਦਾ ਟਾਈਮ ਸੇਵ ਹੋਊਗਾ। ਇਹਦੇ ਨਾਲ ਜਿਹੜੇ ਡਰਾਈਵਰਾਂ ਨੂੰ ਵਿੱਚ ਜਾਮ 'ਚ ਫਸ ਕੇ ਜਿਹੜੇ ਡਰਾਈਵਰ ਥੱਕ ਜਾਂਦੇ ਆ ਨਾ ਆਉਂਦੇ ਉਹਨਾਂ ਲਈ ਬਹੁਤ ਬੈਨੀਫਿਟ ਹੋਊਗਾ। ਮਰ ਤੋਂ ਤੁਸੀਂ ਨਿਕਲੋ
ਉੱਥੋਂ ਸ਼ਨੀ ਮੰਦਿਰ ਤੋਂ ਕੱਟ ਮਾਰੋ ਇੱਧਰ ਬਸ। ਪਰ ਗੱਲ 20 ਮਿੰਟ ਗੱਲ ਇਹ ਵੀ ਆ, ਲੋਕਾਂ ਨੇ ਕਹਿਣਾ ਰੇਟ ਵੀ ਥੋੜੇ ਜਿਹਾ ਘਟਾ ਦਿਓ ਮੁੜ ਕੇ। ਨਹੀਂ ਭਾਜੀ, ਰੇਟ ਦਾ ਚਲੋ ਕੋਈ ਗੱਲ ਨਹੀਂ, ਰੇਟ ਦਾ ਆਪਣੇ ਮੈਂ ਹੱਸਦਾ, ਪਰ ਮੈਨੂੰ ਲੱਗਦਾ ਕਿ ਇਹ ਬਹੁਤ ਇਤਿਹਾਸਕ ਪਲ ਹੋਣ ਵਾਲਾ। ਔਰ ਇਹ ਤੁਸੀਂ ਦੇਖਿਆ ਜੀ, ਜਿਵੇਂ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ, ਉਧਰੋਂ ਐਂਟਰੀ ਸੀਗੀ ਔਰ ਇਧਰਲੇ ਪਾਸਿਓਂ ਜਿਹੜਾ ਤੁਸੀਂ ਦੇਖੋ ਕਿ ਇੱਕ ਤੋਂ ਬਾਅਦ ਇੱਕ ਜਿਹੜਾ ਜਹਾਜ਼ ਇੱਥੇ ਉਤਰ ਰਿਹਾ ਵਾ। ਤੁਸੀਂ ਦੇਖੋ ਕਿ ਕਿੰਨਾ ਬਿਜ਼ੀ ਆ ਇਹ, ਔਰ ਇਹ ਜਿਹੜਾ ਸੜਕਾਂ ਉਸ ਤੋਂ ਵੱਧ ਬਿਜ਼ੀ ਨੇ। 에ਅਰ ਟ੍ਰੈਫਿਕ ਵੀ ਆਪਣਾ ਇੱਕ ਅਲੱਗ ਚੱਲੀ ਜਾਂਦਾ। ਔਰ ਇਧਰਲੇ ਪਾਸੇ ਜਦੋਂ ਤੁਸੀਂ ਫਿਰ ਆਉਂਦੇ ਹੋ, ਆ ਦੇਖੋ ਤੁਸੀਂ ਇਧਰਲੇ ਪਾਸਿਓਂ ਤੁਸੀਂ ਨਿਕਲਣਾ ਵਾ। ਔਰ ਇਹ ਮੈਨੂੰ ਲੱਗਦਾ ਭੁਪਿੰਦਰ ਜੀ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ, ਇਹ ਇੱਕ टनल के अंदरों ही घट है जड़ा टर्मिनल 3 तक के बाहर आना पड़ेगा? नहीं, टनल के अंदर ही, यहाँ से हम एंट्री करेंगे। इधर ही टनल खत्म होने से पहले ही एक अंडरपास जो है वो टर्मिनल 3 के लिए, इसी में से एक पार्ट जा रहा है जो और टनल के अंदरों ही टर्मिनल 3 पे चले जाना। टर्मिनल 3 पे चले जाएंगे, जो कि हमारा रनवे के नीचे से भी होके निकल के जाएगा वो पार्ट उसका। वो अंदर प्रोजेक्ट अलग चलता पे, वो भी ऑन कंप्लीशन पे ही है ऑलमोस्ट, उसको बोल मुझे लगता है कि वो सिक्योरिटी रीजंस ने उस लेवल तक दिखाना थोड़ा जा दिक्कत वाला है। बिल्कुल उसके लिए तो अभी एज अभी अंडर कंस्ट्रक्शन एविएशन ਦੀ ਪਰਮਿਸ਼ਨ ਨਹੀਂ, ਪਰ ਮੈਨੂੰ ਲੱਗਦਾ ਕਿ ਲੋਕ ਇਸ ਚੀਜ਼ ਨੂੰ ਦੇਖ ਕੇ ਜਿਹੜਾ ਸਾਰਾ ਸਮਝ ਕੇ ਹੋਣਗੇ ਤਾਂ ਇਹ ਹੈ ਜੀ ਉਹ ਟਨਲ ਦੁਆਰਕਾ ਐਕਸਪ੍ਰੈਸ ਹਾਈਵੇ ਦਾ, ਜਿਹਨੇ ਇਤਿਹਾਸਕ ਕਰ ਦੇਣਾ ਉਹ ਸਾਰਾ ਚੀਜ਼, ਉਹ ਸਾਰਾ ਮੰਜ਼ਰ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ। ਇਹੀ ਉਹ ਪ੍ਰੋਜੈਕਟ ਹੈ ਜਿਹੜਾ ਹਜ਼ਾਰਾਂ ਪੇੜ ਜਿਹੜੇ ਨੇ इस प्रोजेक्ट दरम्यान ਜਿਹੜੇ ਆਏ ਸੀ ਉਹਨਾਂ ਨੂੰ ਕੱਟਿਆ ਨਹੀਂ ਗਿਆ, ਉਹਨਾਂ ਨੂੰ ट्रांसप्लांट ਕੀਤਾ ਗਿਆ। ਇਹ भी एक पक्ष है। हाँ जी, हाँ, पहला इंडिया का ऐसा प्रोजेक्ट है जहाँ से कोई पेड़ भी को काट के अलग से नहीं किया गया। इसको जहाँ से सारा का सारा निकाल के दूसरी और भी सारे गवर्नमेंट ऑफिशियल्स की जगह, बिल्डिंग्स की जगह, या फिर और भी ऐसी लैंड में जहाँ उनकी ज़रूरत थी उसको ट्रांसप्लांट किया हुआ है। ਤਾਂ ਬਿਲਕੁਲ ਇਹ ਬਹੁਤ ਅਤੀ ਆਧੁਨਿਕ ਪ੍ਰੋਜੈਕਟ ਹੈ ਔਰ ਆਸ ਉਮੀਦ ਕਰਦੇ ਹਾਂ ਕਿ ਇਹ ਦੇਸ਼ ਦੇ ਲਈ ਇੱਕ ਬਹੁਤ ਸਫਲ ਪ੍ਰੋਜੈਕਟ ਸਾਬਤ ਹੋਏਗਾ, ਲੋਕਾਂ ਨੂੰ ਬਹੁਤ ਸਹੂਲਤ ਮਿਲੇਗੀ। ਕੈਮਰਾ ਪਰਸਨ ਅਮਨ ਦੇ ਨਾਲ, ਦੁਆਰਕਾ, ਦਿੱਲੀ, ਗਗਨ ਬੇਦੀ।